तुमरी महिमा बरन न साकौं। तू ठाकुर ऊच भगवान। तुमरी महिमा बरन न साकौं। तू ठाकुर ऊच भगवान। वाहिगुरु साहिब जी। दानव देव फनिंद निशाचर। भूत भविख पवान जपेंगे। जीव जिते जल में थल में। पल ही पल में सब थाप थपेंगे। पुण्य प्रतापन बाढ़ जैत धुन। पापन के बहु पुंज खपेंगे। साध समूह प्रसन्न फिरै जग। सत्र सभै अवलोक चपेंगे। साध समूह प्रसन्न फिरै जग। सत्र सभै अवलोक चपेंगे। वाहिगुरु जी का खालसा वाहिगुरु जी की फतेह। जुगो जुगे अटल छतर चवर तख्त दे मालिक साहिब सतगुरां दी पावन पवित्र हजूरी विच जुड़ बैठे सत संगी जनों। वडभागे हो श्री गुरु ग्रंथ साहिब जी की पावन हजूरी विच जुड़ बैठ करके आसा जी की वार दे कीर्तन आप जी ने हुणे श्रवण कीते। जुड़ बैठे हो इस वेले लड़ीवार चल रही तब प्रसाद सवैयां दी बाणी दी विचार श्रवण करन दे लई। अज दा ये सवैया जो आप जी ने हुणे श्रवण कीता, इस बाणी दा 7वां सवैया है। की रहमतां मेरे पातशाह ने कीतियां, की बख्शिशां साडे ते कीतियां, की समझाया इस सवैये दे अंदर। ये अज आपां विचारन दा यतन करना है। सतगुरु रहमत करन, आप जी ने कृपा करनी। विचारां दी आरंभता तो पहला अपनियां मनोवृत्तियां नूं करो एकागर। रसना नूं करो पवित्र, करो गुरफतेह दी सांझ। वाहिगुरु जी का खालसा वाहिगुरु जी की फतेह। अज दा ये पावन सवैया जिथे गुरु गोबिंद सिंह साहब सच्चे पातशाह ने रहमतां कीतियां, उस परमात्मा की बंदगी करन वालियां दा जिक्र कीता है। इस सवैये दे अंदर साहब सच्चे पातशाह जी ने उन्हां सारियां दा जिक्र किया जिन्हां नूं दानव कह दिता गया, जिन्हां नूं देव कह दिता गया। मेरे पातशाह ने आख्या, ऐ परमात्मा ये भी तेरा नाम जपदे हन। दानव भी, देव भी, देव दा भाव है देवते। फिर सतगुरां ने आख्या, भावें शेष नाग है जां रात नूं तुरन वाले जिहड़े जीव हन, भूत प्रेत आदि,
ਇਹ ਪਰਮਾਤਮਾ ਇਹ ਸਾਰੇ ਤੇਰੀ ਬੰਦਗੀ ਕਰਦੇ ਹਨ, ਭਾਵੇਂ ਹੋਣ ਵਾਲੇ ਸਮੇਂ ਦੇ ਹਨ ਜਾਂ ਜਿਹੜਾ ਸਮਾਂ ਪਿੱਛੇ ਲੰਘ ਚੁੱਕਿਆ ਜਾਂ ਆਉਣ ਵਾਲੇ ਸਮੇਂ ਦੇ। ਇਹ ਜਿੰਨੇ ਵੀ ਜੀਵ ਹਨ ਇਹ ਰੱਬ ਇਹ ਵਾਹਿਗੁਰੂ ਤੇਰੀ ਬੰਦਗੀ ਪਏ ਕਰਦੇ ਹਨ। ਫਿਰ ਮੇਰੇ ਪਾਤਸ਼ਾਹ ਨੇ ਅਗਲਾ ਬਚਨ ਕੀਤਾ ਤੇ ਆਖਿਆ ਕਿ ਜਿੰਨੇ ਵੀ ਜੀਵ ਜਲ ਤੇ ਹਨ, ਜਲ ਦੇ ਅੰਦਰ ਹਨ, ਜਿੰਨੇ ਵੀ ਜੀਵ ਥਲ ਦੇ ਉੱਪਰ ਮੌਜੂਦ ਹਨ, ਇਹ ਸਾਰੇ ਵੀ ਜਲ ਵਾਲੇ ਵੀ ਤੇ ਥਲ ਵਾਲੇ ਵੀ ਇਹ ਪਰਮਾਤਮਾ ਤੇਰੀ ਬੰਦਗੀ ਕਰ ਰਹੇ ਹਨ। ਨਾਲ ਮੇਰੇ ਪਾਤਸ਼ਾਹ ਨੇ ਇੱਕ ਹੋਰ ਬਚਨ ਬੜੇ ਕਮਾਲ ਦਾ ਇੱਥੇ ਅੱਜ ਆਖਿਆ ਹੈ। ਕਹਿੰਦੇ ਜਿਹੜੇ ਜੀਵ ਜਲ ਵਾਲੇ ਹਨ, ਥਲ ਵਾਲੇ ਹਨ, ਇਹ ਪਰਮਾਤਮਾ ਇਹਨਾਂ ਸਾਰਿਆਂ ਜੀਵਾਂ ਨੂੰ ਤੋਂ ਪਲ ਦੇ ਅੰਦਰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਜਿੰਨੇ ਵੀ ਜੀਵ ਹਨ, ਕੁੱਲ ਕਾਇਨਾਤ ਕਹਿ ਲਈਏ ਤੇ ਚੰਗਾ ਹੈ। ਇਹ ਬਚਨ ਬੜੇ ਕਮਾਲ ਦੇ ਨੇ। ਪਾਤਸ਼ਾਹ ਜੀ ਨੇ ਆਖਿਆ ਇਹ ਪਰਮਾਤਮਾ ਤੂੰ ਇਹਨਾਂ ਸਾਰਿਆਂ ਜੀਵਾਂ ਨੂੰ, ਇਸ ਕਾਇਨਾਤ ਨੂੰ ਇੱਕ ਪਲ ਦੇ ਅੰਦਰ ਨਾਸ਼ ਕਰਨ ਤੇ ਫਿਰ ਇੱਕ ਪਲ ਦੇ ਅੰਦਰ ਇਹਨੂੰ ਬਣਾਉਣ ਦੀ ਸਮਰੱਥਾ ਵੀ ਰੱਖਦਾ। ਇਹ ਤੇਰੇ ਕੋਲ ਹੈ ਸਭ ਕੁਝ। ਫਿਰ ਮੇਰੇ ਪਾਤਸ਼ਾਹ ਜੀ ਨੇ ਤੀਜੀ ਪੰਕਤੀ ਦੇ ਅੰਦਰ ਪਾਪ ਤੇ ਪੁੰਨ ਦਾ ਜ਼ਿਕਰ ਕੀਤਾ ਹੈ। ਚੌਥੀ ਪੰਕਤੀ ਦੇ ਅੰਦਰ ਉਹਨਾਂ ਦਾ ਜ਼ਿਕਰ ਕੀਤਾ, ਉਹ ਸਾਧ ਜਿਹੜੇ ਬੰਦਗੀ ਕਰਨ ਵਾਲੇ ਇਸ ਜਗਤ ਦੇ ਅੰਦਰ ਬੜੇ ਆਨੰਦ ਨਾਲ ਪ੍ਰਸੰਨ ਚਿੱਤ ਹੋ ਕੇ ਫਿਰਦੇ ਹਨ, ਬੰਦਗੀ ਕਰਨ ਵਾਲੇ। ਕਿਉਂਕਿ ਜਿਹੜਾ ਅੱਜ ਦਾ ਸਵਈਆ ਹੈ ਨਾ, ਇੱਥੇ ਰਹਿਮਤਾਂ ਦਾ ਜ਼ਿਕਰ ਕੀਤਾ, ਪਰਮਾਤਮਾ ਦੀ ਵਡਿਆਈ ਦਾ ਜ਼ਿਕਰ ਕੀਤਾ। ਇਹ ਗੱਲ ਦੱਸੀ ਕਿ ਉਹ ਜਿਹੜਾ ਪਰਮਾਤਮਾ ਬੇਅੰਤ ਹੈ ਨਾ, ਜਿਹਦੇ ਬਾਰੇ ਹਰ ਇਨਸਾਨ ਜਾਣਨ ਦਾ ਯਤਨ ਕਰ ਰਿਹਾ ਹੈ, ਉਹਨੂੰ ਲੱਭ ਰਿਹਾ ਹੈ, ਉਹਨੂੰ ਖੋਜ ਰਿਹਾ ਹੈ, ਜਾਂ ਹਰ ਇਨਸਾਨ ਇਹ ਜਾਣਨ ਦਾ ਯਤਨ ਕਰ ਰਿਹਾ ਹੈ ਕਿ ਕਾਇਨਾਤ ਕਿਵੇਂ ਬਣੀ, ਕਿਵੇਂ ਖਤਮ ਹੋਈ। ਪਰ ਸੱਚ ਇਹ ਹੈ, ਬਾਣੀ ਦੇ ਅੰਦਰਲੇ ਜਦੋਂ ਬਚਨ ਪੜ੍ਹਦੇ ਆ ਨਾ, ਇੱਕ ਤੇ ਬਚਨ ਬੜਾ, ਕਿਉਂਕਿ ਸਾਨੂੰ ਜ਼ੁਬਾਨ 'ਤੇ ਰਟਿਆ ਪਿਆ ਹੈ, ਜਪਜੀ ਸਾਹਿਬ ਦਾ ਇਹ ਬੋਲ ਹੈ। ਗੁਰੂ ਨਾਨਕ ਸਾਹਿਬ ਮੇਰੇ ਬਾਬੇ ਨੇ ਆਖਿਆ, ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਕਿੱਡੀ ਸੌਖੀ ਗੱਲ ਕਰ ਦਿੱਤੀ। ਕਵਾਓ ਦਾ ਅਰਥ ਹੈ ਇੱਕ ਸ਼ਬਦ, ਇੱਕ ਬੋਲ। ਅਸੀਂ ਕਹਿੰਦੇ ਨਾ ਤੂੰ ਕੂੰਦਾ ਨਹੀਂ, ਬੋਲਦਾ ਨਹੀਂ। ਉਸ ਪਰਮਾਤਮਾ ਨੇ ਇਹ ਸਾਰਾ ਪਸਾਰਾ ਜਿਹੜਾ ਹੈ ਉਹ ਇੱਕ ਪਲ ਦੇ ਅੰਦਰ ਕਰ ਦਿੱਤਾ। ਇੱਕ ਪਲ ਦੇ ਅੰਦਰ ਇੱਕ ਸ਼ਬਦ ਬੋਲਿਆ, ਇਹ ਪਸਾਰਾ ਹੋ ਗਿਆ। ਇੱਕ ਹੁਕਮ ਦਿੱਤਾ, ਇਹ ਸਾਰਾ ਪਸਾਰਾ ਹੋ ਗਿਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇਹ ਅਸਲੀਅਤ ਹੈ। ਇਹ ਲੱਖਾਂ ਦਰਿਆਓ ਦਾ ਭਾਵ ਇੱਥੇ ਜੀਵ ਹੈ, ਪਾਣੀ ਵਾਲੇ ਦਰਿਆ ਨਹੀਂ। ਤੇ ਸ਼ਬਦ ਵੀ ਦਰਿਆਓ ਹੈ, ਰਾਰੇ ਨੂੰ ਬਿਹਾਰੀ ਨਾਲ। ਉਹਦੇ ਇੱਕ ਹੁਕਮ ਦੇ ਅੰਦਰ ਇਹ ਸਾਰਾ ਪਸਾਰਾ ਹੋ ਗਿਆ ਤੇ ਇਹ ਜੀਵ ਵੀ ਜਿਹੜੇ ਨੇ ਉਹ ਪੈਦਾ ਹੋ ਗਏ ਇੱਕੋ ਹੁਕਮ ਦੇ ਅੰਦਰ। ਆ ਬਚਨ ਵੀ ਪੜ੍ਹਦੇ ਆ ਨਾ, ਉਤਪਤ ਪਰਲਓ ਸ਼ਬਦੇ ਹੋਵੈ। ਉਤਪਤ ਦਾ ਭਾਵ ਹੈ ਉਤਪਤੀ, ਪੈਦਾ ਹੋਣਾ, ਤੇ ਪਰਲਓ ਦਾ ਭਾਵ ਹੈ ਡਿਸਟਰੋਏ, ਇੱਕ ਪਲ ਦੇ ਅੰਦਰ ਫਨਾਹ ਹੋ ਜਾਣਾ, ਨਾਸ਼ ਹੋ ਜਾਣਾ। ਉਤਪਤ ਪਰਲਓ ਸ਼ਬਦੇ ਹੋਵੈ। ਤੇ ਪਤਾ ਕੀ ਆਖਿਆ, ਕਹਿੰਦੇ ਫਿਰ ਸ਼ਬਦੇ ਹੀ ਫਿਰ ਓਪਤ ਹੋਵੈ। ਸ਼ਬਦ ਦੇ ਨਾਲ ਹੀ ਕੀਤਾ ਪਸਾਓ ਏਕੋ ਕਵਾਓ, ਕਿ ਸ਼ਬਦ ਦੇ ਨਾਲ ਹੀ ਫਿਰ ਓਪਤ ਹੈ, ਉਤਪਤੀ ਹੈ। ਇਹ ਅਸਲੀਅਤ ਹੈ। ਉਸ ਪਰਮਾਤਮਾ ਨੇ ਇੱਕ ਪਲ ਦੇ ਅੰਦਰ ਸਭ ਕੁਝ ਬਣਾ ਦਿੱਤਾ। ਮੈਂ ਇੱਕ ਛੋਟੀ ਜੀ ਆਮ ਜੀ ਐਗਜ਼ਾਮਪਲ ਦੇਵਾਂ, ਪਰ ਇਹਨੂੰ ਸਮਝਣਾ ਪਏਗਾ। ਅਸੀਂ ਜੇ ਘਰ ਬਣਾਉਣਾ ਹੋਵੇ ਨਾ, ਤੇ ਮਿਸਤਰੀ ਨਾਲ ਸੰਪਰਕ ਕਰਦੇ ਹਾਂ ਕਿ ਅਸੀਂ ਘਰ ਬਣਾਉਣਾ ਹੈ, ਦੱਸ ਤੇਰੇ ਕੋਲ ਸਮਾਂ ਕਦੋਂ ਹੈ। ਉਹ ਆਪਣਾ ਸਮਾਂ ਦੱਸਦਾ ਹੈ। ਪਰ ਜਦੋਂ ਉਹ ਆਪਣਾ ਸਮਾਂ ਦੱਸਦਾ ਹੈ ਤੇ ਨਾਲ ਨਾਲ ਮਟੀਰੀਅਲ ਵੀ ਦੱਸਦਾ ਹੈ, ਇੰਨੀ ਇੱਟ ਦੀ ਲੋੜ ਹੈ, ਇੰਨੀ ਬੋਰੀ ਸੀਮੈਂਟ ਲੱਗੇਗੀ, ਇੰਨੀ ਰੇਤ, ਉਹ ਆਪਣਾ ਸਾਰਾ ਮਟੀਰੀਅਲ A to Z ਜਿਹੜਾ ਹੈ ਉਹ ਸਾਨੂੰ ਲਿਖ ਕੇ ਦੇ ਦਿੰਦਾ ਹੈ।
भावें एक घर बनाने वाला मिस्त्री होवे, लक्कड़ वाला, या किसी की गल भी कर लीए, तो जे उन्होंने कहीए ना उस मिस्त्री नूं, उस बनाने वाले नूं ये गल कहीए कि तू मिस्त्री है, तू बना दे, मटीरीअल दी, समान की की लोड़ है, तू बिना समान तो बना ना, वो की कहेगा? इनू समझना इस गल नूं। वो कहेगा भाई पागल है या तेनू समझ नहीं, जे घर बनाना है या कुछ भी बनाना है उहदे वास्ते मटीरीअल की लोड़ पएगी ही पएगी, समान की लोड़ है। ये सारिਆਂ ते लागू हुंदा है, सारिਆਂ ते। भावें कोई इंजीनियर है, जिस तरह भी हिसाब ला लीए, पर परमात्मा ते ये नियम लागू नहीं हुंदा। उन्होंने मटीरीअल लियाउण दी लोड़ नहीं है। ਉਹਦੇ ਇੱਕੋ ਹੁਕਮ ਦੇ ਅੰਦਰ ਸਭ ਕੁਝ ਆਪਣੇ ਆਪ ਹੀ ਬਣ ਜਾਂਦਾ ਹੈ, ਸਭ ਕੁਝ ਹੀ। ਉਹ ਜੋ ਚਾਹੁੰਦਾ ਹੈ ਨਾ ਇੱਕ ਪਲ ਦੇ ਅੰਦਰ ਬਣਾਉਂਦਾ ਹੈ। ਅੱਜ ਇਹ ਸ਼ਬਦ ਹੈ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਅੱਜ ਦਾ ਬਚਨ ਕਿਹਾ ਨਾ ਇਸ ਸਵਈਏ ਦੇ ਅੰਦਰ, ਕਹਿੰਦੇ ਦਾਨਵ। ਦਾਨਵ, ਦਾਨਵ ਕੌਣ ਹਨ? ਜਿਨ੍ਹਾਂ ਨੂੰ ਅਸੀਂ ਰਾਖਸ਼ ਕਹਿ ਦਿੰਦੇ ਹਾਂ। फिर अगला बचन आख्या, कहते देव, देवते। फनिंद, फन इंद। फनिंद दो शब्दों के मेल नाल बनिया है। ये शब्द जिहड़ा है फन शेष नाग दे वास्ते है। फन इंद भाव शेष नाग, ते जिहड़ा आखदे ने इंदर मन्निया जाता है कि शेष नाग दे फन दे उत्ते इहने अपना आसन लाया है। मानव ये असलीयत है, वाहिगुरु मानव शब्द नहीं है इत्थे। मैं ये भी सच बेनती करा, ये भी बड़े कमाल की गल है इत्थे इस सवईए दे अंदर। इत्थे बाकी सारियां दा जिक्र किया पर मनुख दा जिक्र गुरु गोबिंद सिंह ने नहीं किया। इत्थे दानव, देव, फनिंद, निशाचर, भूत, भविख, भवान जपेंगे जीव जिते जल मैं थल मैं, पल ही पल मैं सब थाप थपेंगे। इत्थे दानव दा देव है जिक्र है, देव दा जिक्र है, फनिंद दा जिक्र है, ते निशाचर शब्द वरतिया। निशा चर, निशा कहंदे ने रात नूं, चर रात नूं चलण वाले जीव। इन्हां च बड़े जीव आउंदे ने रात नूं चलण वालियां विच, पर ज़्यादातर मन्निया जाता है वो जीव जिन्होंने अजकल लोग असी भूत प्रेत कह दें, जोड़े रात के समय ही बाहर निकलते हैं। पर गुरु साहब ने अज आख्या ये वो जीव दानव, देव, फनिंद ते निशाचर, भूत, भूतकाल जिहड़ा समा लंघ गया, जिहड़ा समा गुजर गया। फिर मेरे पातशाह जी ने आख्या भविख, जिहड़ा आउण वाला समा है, आउण वाला जिहड़ा आउणा है अजे, फ्यूचर। पास्ट निकल गया, फ्यूचर आउण वाला है। भवान, भवान का अर्थ है जिहड़ा हुण चल रहा है, जिहड़ा इस वेले मौजूद है, प्रेजेंट। प्रेजेंट एक सैकंड तो भी घट समा है। असलीयत है प्रेजेंट जिन्हों असीं कहते ना मौजूदा, ये चलता ही जा रहा है, लगातार चलता जा रहा है। जदों कथा स्टार्ट की वो हुण पास्ट हो चुका है, तो जो मैं बचन की शुरुआत की सी वो भी पास्ट हो चुका है। ये जिहड़ा प्रेजेंट है ना, इनू समझना बड़ा औखा है प्रेजेंट। खैर सच्चे पातशाह जी ने आख्या भावें वो समा लंघ गया या आउण वाला या होने वाला समा है, ए परमात्मा सारे तेनू ही याद कर रहे ने, जप रहे ने, तेरी बंदगी कर रहे ने। भूत, भविख, भवान जपेंगे। फिर आख्या जीव जिते जल मैं थल मैं। जिन्ने भी जीव हैं गुरु साहब ने बचन किया, गुरु ग्रंथ साहब जी का बोल है, उन्हें आख्या 42 लाख जी जल में होते। असी कह दें ना 84 लाख ने टोटल, तो गुरु ग्रंथ साहब ने आख्या कि 42 लाख जिहड़े जीव ने वो जल दे अंदर ने। 42 लाख जी जल में होते, बीठल भैला काय करे। हुण इहदा भाव ये कदे ना लिओ कि जे 42 लाख पानी विच ने ते 42 लाख धरती ते होणगे। उहदा एक रीजन मैं दस रहा। कुछ इहो जिहे जीव ने जिहड़े पानी विच भी रहिंदे ने ते थल ते भी रहिंदे ने। डड्डू पानी च भी जिउंदा रह सकदा है ते थल ते भी। सप भी, क्रोकोडाइल पानी दे अंदर भी जिउंदा है ते थल दे उपर भी जिउंदा है। इस तरह के बड़े जीव ने
ਜਿਹੜੇ ਜਲ ਵਿੱਚ ਵੀ ਜਿਉਂਦੇ ਰਹਿ ਸਕਦੇ ਨੇ ਤੇ ਥਲ ਤੇ ਵੀ ਜਿਉਂਦੇ ਰਹਿ ਸਕਦੇ ਨੇ। ਪਰ ਮੇਰੇ ਪਾਤਸ਼ਾਹ ਨੇ ਆਖਿਆ, ਕਹਿੰਦੇ ਜੀਵ ਜਿਤੇ ਜਲ ਮੈਂ ਥਲ ਮੈਂ। ਜਿੰਨੇ ਜੀਵ ਹਨ, ਇਹਦਾ ਅਰਥ ਇਹ ਲਵਾਂਗੇ ਕਿ ਕੁੱਲ ਕਾਇਨਾਤ ਦੇ ਅੰਦਰ ਜਿੰਨੇ ਵੀ ਜੀਵ ਨੇ, ਵਿਸਥਾਰ ਨਾਲ ਅਰਥ ਲਈਏ ਨਾ, ਅਸੀਂ ਉਹਨਾਂ ਚੱਕਰਾਂ ਵਿੱਚ ਪੈਣਾ ਹੀ ਨਹੀਂ, ਕਿੰਨੇ ਪਾਣੀ ਵਿੱਚ ਨੇ, ਕਿੰਨੇ ਬਾਹਰ ਨੇ, ਜਾਂ ਕਿਹੜੇ ਪਾਣੀ ਦੋਵਾਂ ਥਾਵਾਂ 'ਤੇ ਰਹਿੰਦੇ ਨੇ। ਮੇਰੇ ਸੱਚੇ ਪਾਤਸ਼ਾਹ ਨੇ ਆਖਿਆ ਜੀਵ ਜਿਤੇ ਜਲ ਮੈਂ ਥਲ ਮੈਂ। ਪਲ, ਪਲ ਦਾ ਅਰਥ, ਪਲ ਕੁਛ ਵੀ ਸਮਾਂ ਨਹੀਂ ਹੁੰਦਾ। ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਇੱਕ ਪਲ ਦੇ ਅੰਦਰ ਉਹ ਪਰਮਾਤਮਾ ਇਹਨੂੰ ਥਾਪ ਸਕਦਾ ਇਹਨਾਂ ਨੂੰ, ਤੇ ਅਗਲੇ ਪਲ ਦੇ ਅੰਦਰ ਇਹਨਾਂ ਨੂੰ ਫਨਾ ਵੀ ਕਰ ਸਕਦਾ ਹੈ। ਇੱਕ ਪਲ ਲਾਉਂਦਾ ਹੈ ਉਹ ਪਰਮਾਤਮਾ, ਉਹ ਜ਼ਿਆਦਾ ਸਮਾਂ ਨਹੀਂ ਲਾਉਂਦਾ। ਇਹ ਉਹਦੀ ਵਡਿਆਈ ਹੈ, ਇਹ ਉਹਦੀਆਂ ਰਹਿਮਤਾਂ ਨੇ। ਉਹਨੂੰ ਜਪਣਾ ਵੀ ਕਿਉਂ ਹੈ? ਇਸੇ ਕਰਕੇ ਤੇ ਜਪਣਾ ਹੈ ਨਾ। ਜਪਣਾ ਕਿਸ ਵਾਸਤੇ ਹੈ? ਵੈਸੇ ਜੇ ਉਸ ਪਰਮਾਤਮਾ ਦੀਆਂ ਰਹਿਮਤਾਂ ਜਾਂ ਇਹਨਾਂ ਗੱਲਾਂ ਦਾ ਜ਼ਿਕਰ ਕਰੀਏ ਨਾ, ਜਾਂ ਪਰਮਾਤਮਾ ਬਾਰੇ ਸਮਝਣ ਦਾ ਯਤਨ ਕਰੀਏ, ਤੇ ਮੈਂ ਇਹ ਸ਼ਬਦ ਜ਼ਰੂਰ ਪੜ੍ਹ ਲੈਂਦਾ। ਇਹ ਸਿੱਧ ਗੋਸ਼ਟ ਦਾ ਅਖੀਰਲਾ ਸ਼ਬਦ ਹੈ। ਇਹ ਆਉਂਦਾ ਹੈ ਵਾਰ-ਵਾਰ ਜ਼ਿਹਨ ਦੇ ਅੰਦਰ। ਜਦੋਂ ਪਰਮਾਤਮਾ ਬਾਰੇ ਜਾਣਨ ਦਾ ਯਤਨ ਹੁੰਦਾ ਹੈ ਨਾ, ਉਦੋਂ ਇਸ ਸ਼ਬਦ ਨੂੰ ਪੜ੍ਹ ਲਿਆ ਜਾਏ ਤੇ ਮਨ ਸ਼ਾਂਤ ਹੋ ਜਾਂਦਾ ਹੈ। ਸ਼ਬਦ ਕੀ ਹੈ? ਕਿ ਤੇਰੀ ਗਤ ਮਿਤ ਤੂੰ ਹੈ ਜਾਣੈ। ਸ਼ਾਂਤ ਹੋ ਜਾਂਦਾ ਹੈ ਮਨ। ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਪਰਮਾਤਮਾ ਤੇਰੀ ਗਤ ਮਿਤ ਤੂੰ ਆਪ ਹੀ ਜਾਣਦਾ ਹੈ, ਕਿਆ ਕੋ ਆਖ ਵਖਾਣੈ। ਤੇਰੀ ਗਤ ਮਿਤ ਕੋਈ ਵਖਿਆਨ ਉਹਦਾ ਕਰ ਹੀ ਨਹੀਂ ਸਕਦਾ, ਉਹਨੂੰ ਬਿਆਨ ਹੀ ਨਹੀਂ ਕਰ ਸਕਦਾ। ਕਿਸੇ ਵਿੱਚ ਹਿੰਮਤ ਹੀ ਨਹੀਂ, ਕਿਸੇ ਦੇ ਅੰਦਰ ਇੰਨੀ ਸਮਰੱਥਾ ਹੀ ਨਹੀਂ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਤੈਨੂੰ ਲੱਭਦੇ ਬੜੇ ਫਿਰਦੇ ਨੇ, ਤੇਰੇ ਹੁਕਮ ਦੇ ਅੰਦਰ ਹੀ ਸਾਧਿਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫਰਮਾਨੈ। ਮੰਗੈ ਦਾਨ ਪਾਏ ਭਖਿਆ, ਤੇਰੇ ਦਰਸ਼ਨ ਕੋ ਕੁਰਬਾਨੈ। ਵੈਸੇ ਸੱਚਾਈ ਵੀ ਹੈ, ਇਹ ਖੇਡ ਰਚੀ ਹੈ ਪਰਮਾਤਮਾ ਨੇ ਕਿ ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਇੱਕ ਪਲ ਦੇ ਅੰਦਰ। ਤੇ ਅਗਲਾ ਜਿਹੜਾ ਬਚਨ ਹੈ ਨਾ, ਵੈਸੇ ਕਈ ਵਿਦਵਾਨ ਇਹਨੂੰ ਵੱਖ-ਵੱਖ ਕਰਕੇ ਇਹਦੇ ਅਰਥ ਕਰਦੇ ਨੇ। ਪਹਿਲੇ ਦੋ ਪੰਕਤੀਆਂ ਦੇ ਵੱਖ ਕਰਦੇ ਨੇ, ਤੀਜੀ ਦੇ ਵੱਖ, ਚੌਥੀ ਦੇ ਵੱਖ ਕਰਦੇ ਨੇ। ਆਪਾਂ ਇਕੱਠੇ ਹੀ ਚੱਲਾਂਗੇ। ਅੱਗੇ ਮੇਰੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਨੇ ਨਾ ਕਿ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ। ਦੋ ਸ਼ਬਦ ਵਰਤੇ ਨੇ, ਪੁੰਨ ਤੇ ਪਾਪ। ਅੱਜ ਦੇ ਸਮੇਂ ਦੇ ਅੰਦਰ ਨਾ ਇਹਨਾਂ ਦੋਨਾਂ ਸ਼ਬਦਾਂ ਨੂੰ ਜਾਣ ਬੁੱਝ ਕੇ ਖਤਮ ਕੀਤਾ ਜਾ ਰਿਹਾ ਹੈ, ਪੁੰਨ ਨੂੰ ਤੇ ਪਾਪ ਨੂੰ। ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਪੁੰਨ ਨਹੀਂ, ਕੋਈ ਪਾਪ ਨਹੀਂ, ਤੁਸੀਂ ਜੋ ਮਰਜ਼ੀ ਕਰਦੇ ਰਹੋ, ਕੋਈ ਪਾਪ ਨਹੀਂ ਹੋਏਗਾ, ਤੇ ਕੋਈ ਤੁਹਾਡਾ ਪੁੰਨ ਨਹੀਂ, ਜੋ ਮਰਜ਼ੀ ਕਰ ਲਓ। ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਪੁੰਨ, ਜੇ ਪੁੰਨ ਕਰ ਰਿਹਾ ਹੈ ਨਾ, ਤੇਰੇ ਕੋਲ ਪੁੰਨ ਹਨ, ਤੇ ਫਿਰ ਕੀ ਹੋਏਗਾ? ਫਿਰ ਤੇਰਾ ਪ੍ਰਤਾਪ ਵੱਧਦਾ ਜਾਏਗਾ। ਪੁੰਨ ਪ੍ਰਤਾਪਨ ਬਾੜ। ਬਾੜ ਦਾ ਅਰਥ ਹੈ ਤੇਰੇ ਪੁੰਨ ਦੇ ਨਾਲ, ਧਿਆਨ ਨਾਲ ਸੁਣਿਓ, ਤੇਰੇ ਪੁੰਨ ਦੇ ਨਾਲ ਤੇਰਾ ਪ੍ਰਤਾਪ ਜਿਹੜਾ ਹੈ ਉਹ ਵੱਧਦਾ ਜਾਏਗਾ। ਪੁੰਨ ਪ੍ਰਤਾਪਨ ਬਾੜ। ਬਾੜ ਦਾ ਅਰਥ ਹੈ ਵੱਧਦਾ ਜਾਣਾ। ਬਾੜ ਜੈਤ, ਵੱਧਦਾ ਜਾਣਾ। ਧੁਨ, ਫਿਰ ਖੁਸ਼ੀ ਦੇ ਵਾਜੇ ਵੱਜਦੇ ਨੇ। ਹਾਂ, ਤੇਰੀ ਹਰ ਪਾਸੇ ਸਿਫਤ ਹੁੰਦੀ ਏ ਕਿ ਉਹ ਜਿਹੜਾ ਇਨਸਾਨ ਹੈ ਨਾ, ਉਹ ਬੜੇ ਪੁੰਨ ਕਰਮ ਕਰਨ ਵਾਲਾ ਹੈ, ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਪੁੰਨ ਪ੍ਰਤਾਪਨ ਬਾੜ ਜੈਤ ਧੁਨ। ਹੁਣ ਸੁਣਿਓ, ਕਹਿੰਦੇ ਜੇ ਪੁੰਨ ਕਰੇਗਾ ਨਾ, ਫਿਰ ਪਾਪਨ ਕੇ ਬਹੁ ਪੁੰਜ ਖਪੈਂਗੇ। ਖਪ ਜਾਣਗੇ ਪਾਪ, ਪਾਪਾਂ ਦੇ ਪੁੰਜ, ਪਾਪਾਂ ਦੇ ਢੇਰ ਜਿਹੜੇ ਨੇ ਉਹ ਨਾਸ਼ ਹੋ ਜਾਣਗੇ, ਖਤਮ ਹੋ ਜਾਣਗੇ। ਪਰ ਤਾਂ ਮੇਰੇ ਪਾਤਸ਼ਾਹ ਨੇ ਆਖਿਆ ਜੇ ਪੁੰਨ ਕਰੇਗਾ ਤਾਂ। ਮੈਂ ਇੱਕ ਉਦਾਹਰਨ ਇਤਿਹਾਸ ਦੇ ਵਿੱਚੋਂ ਦੇਵਾਂ। ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਪਾਂਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਪਾਂਚਾਲੀ, ਪੰਜਾਂ ਪਾਂਡਵਾਂ ਦੇ ਘਰ ਵਾਲੀ। ਇਹਦਾ ਅਰਥ ਇਹ ਬਣਦਾ ਹੈ, ਪਾਂਚਾਲੀ ਦਾ ਅਰਥ। ਕਹਿੰਦੇ ਪਾਂਚਾਲੀ ਨੂੰ
राम नाम की सुध आई कदों, जदों उहदा चीर हरण होण लगा है। पर जिहड़े पुण्य तू करदा है ना, गुरु साहब ने कहा जिहड़े पुण्य करदे आ ना वो पुण्य सामने आउंदे जरूर ने। मैं खैर एक सुनाउणा चाह रहा सी, एक होर याद आ गई, मैं नालों भी शॉर्ट विच सुनावांगा जरूर। दुर्वासा ऋषि होया एक, गुरबाणी विच नाम है उहदा कि दुर्वासा स्यों करत ठगौरी जादव ए फल पाए। असल विच यादव कुल का नाश होने का कारण दुर्वासा ऋषि सी। ये अज का विषा साडा नहीं है, रहो विचार, किते समा आया तो ये भी विचार करांगे। दुर्वासा नाम गुरु ग्रंथ साहिब विच आया है। दुर्वासा ऋषि इहदा सुभाव इतिहासकारां ने आख्या भी गर्म बड़ी छेती हुंदा सी। मूँह चों माड़ा बोल बोलन लग्या तो चंगा बोल बोलन लग्या भी एक पालन आउंदा सी। एक दिन नदी के अंदर इशनान करन गया, दिन चढ़िया अमृत वेला सी, इशनान करन गया, तेड़ धोती बन्नदे सन। उदों जदों नदी के अंदर उतरिया ना दुर्वासा ऋषि, पानी का वहाव बड़ा तेज सी, सुभावक रब का भाना जो मर्जी कह लीए। इहदी धोती जिहड़ी सी वो तेड़ तो खुल गई तो पानी नाल अगे तुर गई, वह गई अगे। हुण बाहर नहीं निकल रहा। जिन्नी देर तक नंगेज कज्जिया नहीं जाएगा बाहर किवें निकलेगा। उधरों आखदे ने पांचाली द्रौपदी घड़ा इन्हें सिर ते रखिया ते पानी लैन लई उसे कंढे ते उत्थे आ गई। उसी जगह ते इन्हें वेखिया दुर्वासा ऋषि इशनान कर रहा है। इन्हें दूरों हाथ जोड़ के नमस्कार की, प्रणाम किया, अपना घड़ा भर लिया। असल विच औरतां की करदियां सन पहलां, चाहे वो भांडा बर्तन साफ भी है ना, जदों उहदे विच पानी भरन जाना उहनूं फिर भी उत्थे साफ करना हुंदा सी। उहदे च पानी पा के चंगी तरह हिला के उहनूं साफ करना कि ये चंगी तरह साफ हो जाए तो साफ पानी लैके जावां। इनू भी इन्ना कुछ समा लग गया। पानी भरिया, जदों चक्कण लगी ना घड़ा, इन्हें दुर्वासा वाल दोबारा वेखिया ते हाथ जोड़ के आखिया, ऋषि तुसी बाहर क्यों नहीं निकल रहे? इन्नी देर हो गई मैनू देखदियां, तुसी अंदर हो, बाहर क्यों नहीं आ रहे? तो दुर्वासा ऋषि ने अगों बोल कहे सन, धीए मेरे नाल आ कुछ वापरिया ही, आ कुछ होया मेरे नाल कि मैं नहा रहा सी, मेरी धोती खुल के निकल गई अगे पानी दे वहा दे नाल, ते बाहर किवें निकलां? मैं नंगेज कज्जांगा ते बाहर आवांगा। इन्हें वेखिया जिहड़ा सिर ते दुपट्टा लिया सी ना, ये सिर ते दुपट्टा बड़ी पुरानी रीत है साडी, बड़ी पुरानी रीत, ये अज दी नहीं है। अज दा फैशन ये कह रहा है कि दुपट्टा की करना है, तो जी पुराने रिवाज ने, पुरानियां रीतियां ने। सुनियो हुण ये पुरानी रीति कम किन्नी आउंदी जे। इन्हें जिहड़ा सिर ते दुपट्टा लिया सी ना, इन्हें अद्धा पाड़ लिया, अद्धा पाड़ के ते दुर्वासा वाल सट दिता, दुर्वासा ऋषि वाल। हुण जदों सटिया ना पानी दे विच, अद्धा तां सटिया कि मैं अपना सिर भी, मेरा सिर भी ना नंगा हो जाए, वो भी ढक के जाना, मैं अपनी इज्जत भी ढक के जानी है। जदों अद्धा दुपट्टा सटिया ना, अपने वालों जोर लाया, वो थोड़ा जिहा उरे रह गया तो वह पानी च बह गया, वो भी हथ ना आया दुर्वासा दे। उन्हें बड़ी परेशान है कि जे मैं दूजा हिस्सा भी सट दिता तो मेरा सिर नंगा हो जाएगा। पर फिर सोचती है कि ऋषि का तन ढकना उहदे तो भी जरूरी है। इन्हें बाकी हिस्सा भी लपेट के ते दुर्वासा वाल सटिया, वो उहदे हथ आ गया। उन्हें तेड़ बन्निया ते पानी तो बाहर निकलिया। जदों बाहर आया ना, उन्हें द्रौपदी के सिर ते हथ रखिया सी। इहदा बचन बड़ा फलदा सी, कहंदे बड़ी छेती जे इन्हें यादव कुल दे नाश होने का बोल कहा सी, वो भी इहदा पूरा होया। ये बाहर निकल के इन्हें पांचाली दे सिर ते हथ रखिया ते बोल कहे सन, धीए अज तू मेरा नंगेज कज्जिया है, एक समा इहो जिहा आएगा, अज तू मेरा नंगेज कज्जिया, एक समा इहो जिहा आएगा तेरे ते भी विपता बनेगी। उस दिन रब नूं याद करी, वो तेरा नंगेज जरूर कज्जेगा। ये असलीयत है। पुण्य करोगे उस पुण्य का फल मिलेगा जरूर, पर जे करांगे तां, उस तो बिना नहीं। जे मन के अंदर ही सोच लिया कि पाप ते पुण्य है ही नहीं, असी तो हुण साडी हालत तो यह भी बन गई, पाप पुण्य की गल छड्डो, असी तो चंगे मंदे कर्म भी छड्ड दिते भी ये भी नहीं है।
कि जो मर्जी करी जाओ, शराबां पीओ, अमृत वेले उठना उठो, नहीं उठना ना उठो, कोई परवाह ही नहीं, कोई गल नहीं। ये हालात साडे प्रचारकां दे बन चुके ने। मैं अपने वाल हत्थ कर रहा, पाप पुण्य ते बड़ी दूर की गल रह गई। सच्चे पातशाह ने वेखो ये बचन ने, पांचाली को राज सभा में राम नाम सुध आई। वेखो वो समा आया ये उपर, फिर जदों इहदा चीर हरने दे वस्त्र हरन होण लगे ने। पंज पति ने, किसी विच हिम्मत नहीं है। वेखो राज सत्ता की हुंदी है। क्यों साडे गुरुआं ने आख्या कि इहदे तो पासे रहना है? क्यों आख्या? इसे करके ना, पंज पति हैं, किसी विच हिम्मत नहीं कि अपनी पत्नी की इज्जत बचा सकीए, किसी विच हिम्मत नहीं। इन्हें सारिਆਂ ਨੂੰ आवाज़ मारी सी, कल्ले कल्ले ਨੂੰ आवाज़ मारी सी, मेरी इज्जत बचाओ। सारिਆਂ ने सिर थल्ले नीवा कर लिया। धर्मराज ਨੂੰ आख्या, उन्हें अपना सिर नीवा कर लिया। फिर अखीर ते इन्हें उस रब नूं, उस वाहिगुरू नूं याद कीता सी। फिर इन्हें ना एक गल भी कही सी, ध्यान नाल सुनियो। कृष्ण नूं ना एक बोल भी इन्हें कहा सी, बचन भी कहा सी। जदों बाद विच मिलाप होया, इन्हें आख्या सी, कृष्ण तू रब है, तू सब कुछ है, मेरे नाल इन्ना कुछ हो गया, पर तू बिल्कुल अखीर ते क्यों पहुंचया? तू पहला क्यों ना आया? ध्यान नाल सुनो ये भी बोल, ये अंदर साडी मानसिकता भी समझ आउंदी है। इन्हें थोड़ा जिहा रोसे विच आके बोल कहे सन कि तू रब है, भगवान है, मेरे नाल इन्ना कुछ हो गया, पर तू बाद विच क्यों आया? सब तो अखीर ते क्यों आया? ते कृष्ण ने आख्या सी, भोलिए तू याद कर, वो समा चेते कर, तू पहला संसार दे सहारे लभे सन, तू संसार दे आसरे लभे। पहला अपने घर वालियां वल वेखिया, धर्मराज वल वेखिया, सारियां वल, भीष्म वर्गियां वल तू वेखिया। तू पहला संसार दे सहारे, भीष्म पितामा कहंदे सन, पितामा समझदे ना, सारियां दा बाप, मतलब सब तो वड्डा बजुर्ग। तू सारियां वल वेखिया, पर जदों तू सारे संसार दे आसरे छड्ड के मेरा आसरा तकिया ना, तू एक बार मैनू याद किया तो मैं तेरी सहायता वास्ते आके खड़ा हो गया। गल तो आह ही ना, असीं याद ही नहीं उन्होंने करते, असीं दुनिया के सहारे लभदे आ, उहदा सहारा नहीं लभदे। असलीयत जे पुण्य करांगे तो सतगुरां ने अज आख्या, चलो दूजा इतिहास मैं किते फिर आप जी नाले पाप पुण्य का साझा करांगे, समाज समाप्ति वाले। मेरे सच्चे पातशाह जी ने आख्या, फिर जिहड़े पाप हैं, जिहड़े पुण्य हैं, पुन्नां दे पुण्य वधदे जा रहे ने। पुण्य प्रतापन बाढ़ जैत धुन, पुण्य जिहड़े ने वो लगातार वधदे हैं, उन्हां नाल प्रताप भी वधदा है, प्रताप बाढ़ वधदा है, जात जांदा है, धुन फिर तेरी सिफत की धुनी वजदी है, वाजे वजदे ने हर पासे। वो बंदा बड़ा पुन्नी है, चंगे काम करता है। बड़ियां उदाहरणां ने इतिहास विचों, पुण्य करांगे तो इतिहास के अंदरों भी। जिस दिन सत्ते ते बलवंड नूं गुरु साहब ने आख्या सी कोड़ी कोड़ होएगा, कोड़ हो गया, आख्या सी जिहड़ा बख्शाउण आएगा उसदा मूँह काला होएगा। पर पुण्य करन वाले नहीं सोचते भी ये की बोल है। लद्दा नाम भाई लद्दा सी, लोग उन्होंने पर उपकारी कहते सन, क्योंकि वह पर ते उपकार ही करता सी। जदों कोई ना गया, ये सत्ता ते बलवंड लद्दे कोल पहुंचे सन, पर उपकारी कोल। इन्हें आख्या सी काम बड़ा औखा है, पर तुसीं आए हो, मैं करांगा जरूर। आपे ਉਹਦਾ मूँह काला करके तुर पिया सी। कौन है जिहड़ा इदां करेगा? ये पुण्य है। तो जे पुण्य है तो वह प्रताप भी वाधा, वाजे वजदे ने ना। अज भी लद्दे परोपकारी नूं याद करते हैं, अज भी याद करते हैं। पुण्य प्रतापन बाढ़ जैत धुन, पुण्य वधदे ने ते की हुंदा है? मेरे पातशाह ने आख्या, पापन के पापां दे बहु पुंज पुंज ढेर, खपाएंगे खप जाणगे, नाश हो जाणगे। पर जे पुण्य हन तो उन्होंने पापां दे पुंज, पापां दे ढेर नाश करने ने, उदा नहीं होने, उस तो बिना नहीं होएगा। पुण्य प्रतापन बाढ़ जैत धुन, पापन के बहुपुंज खपेंगे। अखीर ते मेरे पातशाह ने आख्या, साध समूह। वेखो
ਇਹ ਉਹੀ ਸਵਈਆ ਏ ਜਿਹਦੇ ਆਰੰਭ ਵਿੱਚ ਗੁਰੂ ਸਾਹਿਬ ਨੇ ਆਖਿਆ ਮੈਂ ਉਹਨਾਂ ਸਾਧਾਂ ਦੇ ਸਮੂਹ ਟੋਲੇ ਵੇਖ ਲਏ ਜਿਹੜੇ ਬੰਦਗੀ ਤੋਂ ਬਿਨਾਂ ਹੀ ਨੇ। ਆਰੰਭ ਤਾਂ ਇੱਥੋਂ ਹੀ ਹੈ ਨਾ ਕਿ ਸ਼ਰਾਬਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਇੱਥੇ ਹੀ ਹੈ ਨਾ ਕਿ ਮੈਂ ਸਾਰੇ ਵੇਖ ਲਏ ਉਹ ਸਾਧ ਵੀ ਉਹਨਾਂ ਦੇ ਟੋਲੇ ਵੀ, ਪਰ ਬੰਦਗੀ ਤੋਂ ਬਿਨਾਂ ਖਾਲੀ ਨੇ, ਕੁਛ ਵੀ ਪੱਲੇ ਨਹੀਂ। ਪਰ ਅੱਜ ਜੇ ਬੰਦਗੀ ਕਰਨ ਵਾਲੇ ਨੇ ਤਾਂ ਉਹਨਾਂ ਦੀ ਸਿਫਤ ਵੀ ਗੁਰੂ ਸਾਹਿਬ ਕਰ ਰਹੇ ਨੇ। ਜੇ ਬੰਦਗੀ ਕਰਨ ਵਾਲੇ ਨੇ ਸਾਧ ਸਮੂਹ ਪ੍ਰਸੰਨ ਫਿਰੈ ਜਗ, ਉਹ ਜਿਹੜੇ ਇਹ ਪਰਮਾਤਮਾ ਤੇਰੇ ਨਾਲ ਤੇਰੇ ਨਾਮ ਦੇ ਜ਼ਰੀਏ ਜੁੜੇ ਹਨ, ਤੇਰੀ ਬੰਦਗੀ ਕਰਦੇ ਹਨ, ਉਹ ਸਾਧ ਉਹ ਸੰਤ, ਉਹਨਾਂ ਸਾਧਾਂ ਸੰਤਾਂ ਦੇ ਸਮੂਹ ਪ੍ਰਸੰਨ ਫਿਰੈ ਜਗ, ਜਗਤ ਦੇ ਅੰਦਰ ਬੜੇ ਪ੍ਰਸੰਨ ਚਿੱਤ ਹੋ ਕੇ ਵਿਚਰਦੇ ਨੇ। ਉਹਨਾਂ ਨੂੰ ਪਰਵਾਹ ਨਹੀਂ ਕਿਸੇ ਦੀ, ਕਿਸੇ ਦੀ ਪਰਵਾਹ ਨਹੀਂ ਕਰਦੇ। ਤੇ ਸ਼ਤਰ ਸਭੈ ਅਵਲੋਕ ਚਪੈਂਗੇ, ਸ਼ਤਰ ਸ਼ਤਰੂ ਨੂੰ ਕਹਿੰਦੇ ਨੇ, ਦੁਸ਼ਮਣ ਨੂੰ ਕਹਿੰਦੇ ਨੇ। ਸਭੈ ਸਾਰੇ ਉਹ ਖਤਮ ਹੋ ਜਾਣਗੇ, ਖੱਪ ਜਾਣਗੇ, ਉਹਨਾਂ ਦਾ ਨਾਸ਼ ਹੋ ਜਾਏਗਾ। ਪਰ ਜਿਹੜੇ ਬੰਦਗੀ ਕਰਨ ਵਾਲੇ ਨੇ ਸਾਧ, ਜਿਹੜੇ ਉਸ ਰੱਬ ਦਾ ਉਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ, ਆਖਿਆ ਉਹ ਪ੍ਰਸੰਨ ਚਿੱਤ ਹੋ ਕੇ ਵਿਚਰਦੇ ਨੇ। ਅੱਜ ਦਾ ਜਿਹੜਾ ਇਹ ਸਵਈਆ ਹੈ ਨਾ, ਬੜੀਆਂ ਰਹਿਮਤਾਂ ਮੇਰੇ ਪਾਤਸ਼ਾਹ ਨੇ ਇਹਦੇ ਅੰਦਰ ਕੀਤੀਆਂ ਨੇ, ਬੜੀਆਂ ਬਖਸ਼ਿਸ਼ਾਂ ਇਹਦੇ ਅੰਦਰ ਕੀਤੀਆਂ ਨੇ। ਇਸ ਸਵਈਏ ਦੇ ਅੰਦਰ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਕੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ। ਆਖਿਆ ਭਲਿਆ ਇੱਕ ਗੱਲ ਸਮਝ ਲੈ, ਸਭ ਕੁਝ ਕਰਨ ਵਾਲਾ, ਸਭ ਕੁਝ ਬਣਾਉਣ ਵਾਲਾ ਜਿਹੜਾ ਹੈ ਨਾ, ਉਹ ਪਰਮਾਤਮਾ ਹੈ, ਉਹ ਵਾਹਿਗੁਰੂ ਹੈ। ਇੱਕ ਪਲ ਦੇ ਅੰਦਰ ਬਣਾਉਂਦਾ ਹੈ, ਇੱਕ ਪਲ ਦੇ ਅੰਦਰ ਸਭ ਕੁਝ ਨਾਸ਼ ਵੀ ਕਰ ਦਿੰਦਾ ਹੈ। ਸਭ ਕੁਝ ਕਰਨ ਵਾਲਾ ਉਹ ਹੈ। ਫਿਰ ਉਸ ਪਰਮਾਤਮਾ ਦੀ ਬੰਦਗੀ ਜੇ ਕਰੇਗਾ, ਜੇ ਉਸ ਪਰਮਾਤਮਾ ਦੀ ਬੰਦਗੀ ਵਿੱਚ ਜੁੜੇਗਾ, ਪੁੰਨ ਕਰੇਗਾ ਤੇ ਪਾਪ ਨਾਸ਼ ਹੋ ਜਾਣਗੇ, ਖਤਮ ਹੋ ਜਾਣਗੇ। ਚੰਗੇ ਕਰਮ ਕਰਦਾ ਜਾਏਗਾ ਤੇ ਜਿਹੜੇ ਕੀਤੇ ਹੋਏ ਮੰਦੇ ਕਰਮ ਆਪਣੇ ਆਪ ਖਤਮ ਹੋ ਜਾਣਗੇ। ਇਹੀ ਗੱਲ ਹੈ। ਬੰਦਗੀ ਕਰ ਕਹਿੰਦੇ ਉਸ ਪਰਮਾਤਮਾ ਦੇ ਨਾਲ ਜੁੜ, ਉਹਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ, ਉਸ ਵਾਹਿਗੁਰੂ ਦਾ ਬਣ ਜਾ ਜਿਹਨੇ ਤੈਨੂੰ ਬਣਾਇਆ ਹੈ। ਸੋ ਸਤਿਗੁਰੂ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਤੇ ਆਪ ਸਰਬੱਤ ਸੰਗਤ ਬਖਸ਼ਣਹਾਰ ਹੋ ਜੀ। ਬੇਅੰਤ ਭੁੱਲਾਂ ਦੀ ਖਿਮਾ ਕਰੋ ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।